ਅੱਜ ਦੇ ਇਸ ਲੈਕਚਰ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੇਰਾ ਨਾਮ ਹੈ ਮਨਦੀਪ ਸਿੰਘ ਅਤੇ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੁਲਰੀਆਂ ਵਿਖੇ ਲੈਕਚਰਰ ਪੋਲੀਟੀਕਲ ਸਾਇੰਸ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾ ਰਿਹਾ ਹਾਂ। ਪਿਆਰੇ ਬੱਚਿਓ, ਅੱਜ ਦੇ ਸਾਡੇ ਇਸ ਲੈਕਚਰ ਦਾ ਵਿਸ਼ਾ ਹੈ ਹਾਈ ਕੋਰਟ, ਉਸ ਦੀ ਬਣਤਰ, ਸ਼ਕਤੀਆਂ ਅਤੇ ਕੰਮ। ਬੱਚਿਓ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਰਕਾਰ ਦੇ 3 ਮਹੱਤਵਪੂਰਨ ਅੰਗ ਹੁੰਦੇ ਹਨ: ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ। ਹਾਈ ਕੋਰਟ ਭਾਰਤ ਵਿੱਚ ਨਿਆਂਪਾਲਿਕਾ ਦਾ ਇੱਕ ਬਹੁਤ ਹੀ ਮਹੱਤਵਪੂਰਨ ਅੰਗ ਹੈ। ਤਾਂ ਬੱਚਿਓ, ਅੱਜ ਅਸੀਂ ਹਾਈ ਕੋਰਟ ਬਾਰੇ ਕੁਝ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਾਂਗੇ। ਸਾਡੇ ਦੇਸ਼ ਵਿੱਚ ਇਕਹਿਰੀ ਨਿਆਂ ਪ੍ਰਣਾਲੀ ਨੂੰ ਅਪਣਾਇਆ ਗਿਆ ਹੈ, ਭਾਵ ਕਿ ਜਿਸ ਤਰ੍ਹਾਂ ਕੇਂਦਰ ਵਿੱਚ ਸੰਘਾਤਮਕ ਪ੍ਰਣਾਲੀ ਨੂੰ ਅਪਣਾਇਆ ਗਿਆ ਹੈ, ਇਸ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਵਿੱਚ ਸ਼ਕਤੀਆਂ ਦੀ ਵੰਡ ਹੁੰਦੀ ਹੈ। ਦੋਨੋਂ ਸਰਕਾਰਾਂ ਇੱਕ ਦੂਜੇ ਦੇ ਕੰਮ ਵਿੱਚ ਦਖਲਅੰਦਾਜ਼ੀ ਨਹੀਂ ਕਰਦੀਆਂ, ਪਰੰਤੂ ਨਿਆਂ ਪ੍ਰਣਾਲੀ ਵਿੱਚ ਅਜਿਹਾ ਬਿਲਕੁਲ ਵੀ ਨਹੀਂ ਹੈ। ਨਿਆਂ ਪ੍ਰਣਾਲੀ ਸਾਡੀ ਇਕਹਿਰੀ ਹੈ, ਇਸ ਵਿੱਚ ਕੋਈ ਸ਼ਕਤੀਆਂ ਦੀ ਵੰਡ ਨਹੀਂ ਕੀਤੀ ਗਈ ਹੈ। ਸਾਡੇ ਦੇਸ਼ ਵਿੱਚ ਜੋ ਸਭ ਤੋਂ ਉੱਚੀ ਅਦਾਲਤ ਹੈ ਉਸ ਨੂੰ ਸਰਵ ਉੱਚ ਅਦਾਲਤ ਕਿਹਾ ਜਾਂਦਾ ਹੈ, ਜਿਸ ਨੂੰ ਅਸੀਂ ਸੁਪਰੀਮ ਕੋਰਟ ਵੀ ਕਹਿੰਦੇ ਹਾਂ। ਇਹ ਪੂਰੇ ਭਾਰਤ ਵਿੱਚ ਇੱਕੋ ਅਦਾਲਤ ਹੈ। ਉਸ ਦੇ ਅਧੀਨ ਰਾਜ ਵਿੱਚ, ਹਰੇਕ ਰਾਜ ਵਿੱਚ ਜਾਂ ਲਗਭਗ ਹਰੇਕ ਰਾਜ ਵਿੱਚ ਇੱਕ ਅਦਾਲਤ ਹੈ, ਜਿਸ ਨੂੰ ਅਸੀਂ ਉੱਚ ਅਦਾਲਤ ਕਹਿੰਦੇ ਹਾਂ। ਇਹ ਸਰਵ ਉੱਚ ਅਦਾਲਤ ਦੇ ਅਧੀਨ ਕੰਮ ਕਰਦੀ ਹੈ ਅਤੇ ਇਹ ਅਦਾਲਤ ਰਾਜ ਵਿੱਚ ਸਭ ਤੋਂ ਉੱਚੀ ਅਦਾਲਤ ਹੁੰਦੀ ਹੈ ਅਤੇ ਉੱਚ ਅਦਾਲਤ ਦੇ ਅਧੀਨ ਜ਼ਿਲ੍ਹਾ ਅਦਾਲਤਾਂ ਹੁੰਦੀਆਂ ਹਨ, ਜਿਹੜੀਆਂ ਉੱਚ ਅਦਾਲਤ ਦੇ ਅਧੀਨ ਕੰਮ ਕਰਦੀਆਂ ਹਨ। ਤਾਂ ਇਹ ਸਭ ਤੋਂ ਉੱਤੇ ਸਰਵ ਉੱਚ ਅਦਾਲਤ ਹੈ, ਉਸ ਦੇ ਅਧੀਨ ਉੱਚ ਅਦਾਲਤਾਂ ਹਨ ਅਤੇ ਉੱਚ ਅਦਾਲਤਾਂ ਦੇ ਅਧੀਨ ਜ਼ਿਲ੍ਹਾ ਅਦਾਲਤਾਂ ਆਉਂਦੀਆਂ ਹਨ। ਬੱਚਿਓ, ਸਾਡੇ ਦੇਸ਼ ਵਿੱਚ ਜੋ ਹਾਈ ਕੋਰਟ ਹੈ ਉਹ ਇੱਕ ਸੰਵਿਧਾਨਕ ਸੰਸਥਾ ਹੈ। ਇਸ ਦੀ ਵਿਵਸਥਾ ਸੰਵਿਧਾਨ ਦੇ ਭਾਗ 6 ਵਿੱਚ ਅਨੁਛੇਦ 214 ਤੋਂ 231 ਤੱਕ ਕੀਤੀ ਗਈ ਹੈ। ਇਸ ਵਿੱਚ ਜੱਜਾਂ ਦੀ ਨਿਯੁਕਤੀ, ਉਹਨਾਂ ਦੀ ਯੋਗਤਾ, ਉਹਨਾਂ ਦੇ ਤਨਖਾਹ ਅਤੇ ਭੱਤੇ, ਕਾਰਜਕਾਲ ਅਤੇ ਹਾਈ ਕੋਰਟ ਦੀਆਂ ਸ਼ਕਤੀਆਂ ਅਤੇ ਕੰਮਾਂ ਦਾ ਵਿਸਤਾਰਪੂਰਵਕ ਵਰਣਨ ਕੀਤਾ ਗਿਆ ਹੈ। ਭਾਰਤ ਵਿੱਚ ਸਭ ਤੋਂ ਪਹਿਲੀ ਹਾਈ ਕੋਰਟ ਅੰਗਰੇਜ਼ੀ ਰਾਜ ਵੇਲੇ ਸਥਾਪਿਤ ਕੀਤੀ ਗਈ ਸੀ। 1861 ਈਸਵੀ ਵਿੱਚ ਕਾਨੂੰਨ ਪਾਸ ਕੀਤਾ ਗਿਆ ਸੀ ਬੱਚਿਓ, ਅਤੇ ਉਸ ਕਾਨੂੰਨ ਦੇ ਤਹਿਤ 1862 ਈਸਵੀ ਵਿੱਚ ਕਲਕੱਤਾ ਹਾਈ ਕੋਰਟ ਸਥਾਪਿਤ ਕੀਤੀ ਗਈ ਸੀ। ਇਸ ਤਰ੍ਹਾਂ ਕਲਕੱਤਾ ਹਾਈ ਕੋਰਟ ਭਾਰਤ ਵਿੱਚ ਪਹਿਲੀ ਹਾਈ ਕੋਰਟ ਸੀ। ਇਹ ਉਸ ਅਦਾਲਤ ਦੀ ਤਸਵੀਰ ਹੈ। ਤਾਂ ਬੱਚਿਓ, ਭਾਰਤ ਵਿੱਚ ਜੋ ਮੂਲ ਸੰਵਿਧਾਨ ਅਪਣਾਇਆ ਗਿਆ ਸੀ, ਜੋ 1950 ਈਸਵੀ ਵਿੱਚ ਲਾਗੂ ਹੋਇਆ ਸੀ, ਉਸ ਸੰਵਿਧਾਨ ਵਿੱਚ ਇਹ ਵਿਵਸਥਾ ਕੀਤੀ ਗਈ ਸੀ ਕਿ ਹਰ ਰਾਜ ਲਈ ਹਾਈ ਕੋਰਟ ਦੀ ਵਿਵਸਥਾ ਹੋਵੇਗੀ। ਪਰੰਤੂ 1956 ਈਸਵੀ ਵਿੱਚ 7ਵੀਂ ਸੰਵਿਧਾਨਕ ਸੋਧ ਦੁਆਰਾ ਇਹ ਵਿਵਸਥਾ ਕੀਤੀ ਗਈ ਕਿ ਇੱਕ ਤੋਂ ਵੱਧ ਰਾਜਾਂ ਜਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਇੱਕ ਹਾਈ ਕੋਰਟ ਦੀ ਵਿਵਸਥਾ ਕੀਤੀ ਜਾ ਸਕਦੀ ਹੈ। ਤਾਂ ਇਸ ਲਈ ਸਾਡੇ ਦੇਸ਼ ਵਿੱਚ ਬਹੁਤ ਸਾਰੇ ਰਾਜ ਐਸੇ ਹਨ ਜਿਨ੍ਹਾਂ ਵਿੱਚ ਇੱਕ ਤੋਂ ਵੱਧ ਰਾਜਾਂ ਲਈ ਜਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਇੱਕ ਹੀ ਹਾਈ ਕੋਰਟ ਦੀ ਵਿਵਸਥਾ ਕੀਤੀ ਗਈ ਹੈ। ਉਸ ਦੀਆਂ ਕੁਝ ਕੁ ਉਦਾਹਰਨਾਂ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ। ਸਭ ਤੋਂ ਪਹਿਲਾਂ ਹੈ ਗੁਹਾਟੀ ਹਾਈ ਕੋਰਟ। ਇਹ ਬੱਚਿਓ 4 ਰਾਜਾਂ ਦੀ ਸਾਂਝੀ ਹਾਈ ਕੋਰਟ ਹੈ। ਇਸ ਹਾਈ ਕੋਰਟ ਦੇ ਅਧੀਨ ਅਸਾਮ, ਅਰੁਣਾਚਲ ਪ੍ਰਦੇਸ਼, ਮਿਜ਼ੋਰਮ ਅਤੇ ਨਾਗਾਲੈਂਡ 4 ਰਾਜ ਆਉਂਦੇ ਹਨ। 2013 ਈਸਵੀ ਤੋਂ ਪਹਿਲਾਂ ਬੱਚਿਓ ਇਸ ਹਾਈ ਕੋਰਟ ਦੇ ਅਧੀਨ 7 ਰਾਜ ਆਉਂਦੇ ਸਨ। ਇਹਨਾਂ ਵਿੱਚ ਮਣੀਪੁਰ, ਮੇਘਾਲਿਆ ਅਤੇ ਤ੍ਰਿਪੁਰਾ ਰਾਜ ਵੀ ਸ਼ਾਮਲ ਸਨ। ਪਰੰਤੂ 2013 ਈਸਵੀ ਵਿੱਚ ਮਣੀਪੁਰ, ਮੇਘਾਲਿਆ ਅਤੇ ਤ੍ਰਿਪੁਰਾ ਰਾਜ ਲਈ ਅਲੱਗ ਹਾਈ ਕੋਰਟ ਦੀ ਵਿਵਸਥਾ ਕਰ ਦਿੱਤੀ ਗਈ ਸੀ। ਇਸ ਕਰਕੇ ਇਸ ਸਮੇਂ ਗੁਹਾਟੀ ਹਾਈ ਕੋਰਟ ਦੇ ਅਧੀਨ 4 ਰਾਜ ਆਉਂਦੇ ਹਨ। ਬੰਬੇ ਹਾਈ ਕੋਰਟ। ਬੰਬੇ ਹਾਈ ਕੋਰਟ ਦੇ ਅਧੀਨ ਬੱਚਿਓ ਮਹਾਰਾਸ਼ਟਰ, ਗੋਆ, ਦਾਦਰਾ ਐਂਡ ਨਗਰ ਹਵੇਲੀ ਐਂਡ ਦਮਨ ਐਂਡ ਦਿਓ ਕੇਂਦਰ ਸ਼ਾਸਤ ਪ੍ਰਦੇਸ਼, ਯਾਨੀ ਇਸ ਅਧੀਨ 2 ਰਾਜ ਮਹਾਰਾਸ਼ਟਰ ਅਤੇ ਗੋਆ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਆਉਂਦਾ ਹੈ।
ਇਸ ਤੋਂ ਇਲਾਵਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੈ ਬੱਚੋ, ਇਸ ਅਧੀਨ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਆਉਂਦਾ ਹੈ। ਇਸ ਤੋਂ ਇਲਾਵਾ ਕਲਕੱਤਾ ਹਾਈ ਕੋਰਟ ਦੇ ਅਧੀਨ ਪੱਛਮੀ ਬੰਗਾਲ, ਅੰਡੇਮਾਨ ਅਤੇ ਨਿਕੋਬਾਰ ਆਈਲੈਂਡ ਜੋ ਨੇ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਹਨ। ਯਾਨੀ ਪੱਛਮੀ ਬੰਗਾਲ ਇੱਕ ਰਾਜ ਹੈ ਅਤੇ ਅੰਡੇਮਾਨ ਨਿਕੋਬਾਰ ਕੇਂਦਰ ਸ਼ਾਸਿਤ ਪ੍ਰਦੇਸ਼ ਕਲਕੱਤਾ ਹਾਈ ਕੋਰਟ ਦੇ ਅਧੀਨ ਆਉਂਦੇ ਹਨ। ਕੇਰਲ ਹਾਈ ਕੋਰਟ ਦੇ ਅਧੀਨ ਕੇਰਲਾ ਅਤੇ ਲਕਸ਼ਦੀਪ ਆਉਂਦੇ ਹਨ ਅਤੇ ਮਦਰਾਸ ਹਾਈ ਕੋਰਟ ਦੇ ਅਧੀਨ ਤਾਮਿਲਨਾਡੂ ਅਤੇ ਪੁਡੂਚੇਰੀ ਆਉਂਦੇ ਹਨ ਅਤੇ ਜੰਮੂ ਕਸ਼ਮੀਰ ਹਾਈ ਕੋਰਟ ਦੇ ਅਧੀਨ ਜੰਮੂ ਕਸ਼ਮੀਰ ਅਤੇ ਲਦਾਖ ਦਾ ਖੇਤਰ ਆਉਂਦਾ ਹੈ। ਤਾਂ ਬੱਚੋ ਇਸ ਤਰ੍ਹਾਂ ਜੇਕਰ ਅਸੀਂ ਗਿਣਤੀ ਕਰੀਏ ਤਾਂ ਭਾਰਤ ਵਿੱਚ ਕੁੱਲ ਹਾਈ ਕੋਰਟ ਦੀ ਸੰਖਿਆ ਕਿੰਨੀ ਹੈ? ਭਾਰਤ ਵਿੱਚ ਕੁੱਲ ਹਾਈ ਕੋਰਟ 25 ਹਨ। 2019 ਤੋਂ ਪਹਿਲਾਂ ਹਾਈ ਕੋਰਟਸ ਦੀ ਗਿਣਤੀ 24 ਸੀ। 25ਵੀਂ ਹਾਈ ਕੋਰਟ ਆਂਧਰਾ ਪ੍ਰਦੇਸ਼ ਹਾਈ ਕੋਰਟ ਹੈ ਜੋ ਅਮਰਾਵਤੀ ਵਿਖੇ ਸਥਾਪਿਤ ਕੀਤੀ ਗਈ ਸੀ। ਇਹ 1 ਜਨਵਰੀ 2019 ਨੂੰ ਸਥਾਪਿਤ ਕੀਤੀ ਗਈ ਸੀ। ਜਿਵੇਂ ਕਿ ਤੁਸੀਂ ਜਾਣਦੇ ਹੋਵੋਗੇ ਕਿ 2014 ਈਸਵੀ ਵਿੱਚ ਆਂਧਰਾ ਪ੍ਰਦੇਸ਼ ਦੇ 2 ਹਿੱਸੇ ਕਰ ਦਿੱਤੇ ਗਏ ਸਨ। ਇਸ ਵਿੱਚੋਂ ਤੇਲੰਗਾਨਾ ਰਾਜ ਅਲੱਗ ਕਰ ਦਿੱਤਾ ਗਿਆ ਸੀ। ਤਾਂ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਤੇਲੰਗਾਨਾ ਵਿੱਚ ਚਲੀ ਗਈ ਸੀ। ਤਾਂ ਹੈਦਰਾਬਾਦ ਨੂੰ ਦੋਨਾਂ ਰਾਜਾਂ ਦੀ ਸਾਂਝੀ ਹਾਈ ਕੋਰਟ ਬਣਾਇਆ ਗਿਆ ਸੀ। ਤਾਂ 2014 ਤੋਂ ਲੈ ਕੇ 2019 ਈਸਵੀ ਵਿੱਚ ਹੈਦਰਾਬਾਦ ਹਾਈ ਕੋਰਟ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੀ ਸਾਂਝੀ ਹਾਈ ਕੋਰਟ ਸੀ। ਪਰੰਤੂ 1 ਜਨਵਰੀ 2019 ਈਸਵੀ ਨੂੰ ਆਂਧਰਾ ਪ੍ਰਦੇਸ਼ ਹਾਈ ਕੋਰਟ ਨੂੰ ਅਮਰਾਵਤੀ ਵਿਖੇ ਸਥਾਪਿਤ ਕੀਤਾ ਗਿਆ। ਤਾਂ ਇਸ ਤਰ੍ਹਾਂ ਹਾਈ ਕੋਰਟਸ ਦੀ ਗਿਣਤੀ 24 ਤੋਂ ਵੱਧ ਕੇ 25 ਹੋ ਗਈ। ਤਾਂ 2 ਕੇਂਦਰ ਸ਼ਾਸਿਤ ਪ੍ਰਦੇਸ਼ ਦਿੱਲੀ ਅਤੇ ਜੰਮੂ ਕਸ਼ਮੀਰ ਅਜਿਹੇ 2 ਕੇਂਦਰ ਸ਼ਾਸਿਤ ਪ੍ਰਦੇਸ਼ ਹਨ ਜਿਨ੍ਹਾਂ ਦੀ ਆਪਣੀ ਅਲੱਗ ਹਾਈ ਕੋਰਟ ਹੈ। ਹਾਈ ਕੋਰਟ ਦੀ ਬਣਤਰ। ਹਾਈ ਕੋਰਟ ਵਿੱਚ ਇੱਕ ਮੁੱਖ ਜੱਜ ਹੁੰਦਾ ਹੈ ਅਤੇ ਕੁਝ ਬਾਕੀ ਜੱਜ ਹੁੰਦੇ ਹਨ। ਮੁੱਖ ਜੱਜ ਬਹੁਤ ਹੀ ਮਹੱਤਵਪੂਰਨ ਪਦਵੀ ਹੈ। ਮੁੱਖ ਜੱਜ ਦੀ ਚੋਣ ਰਾਸ਼ਟਰਪਤੀ ਦੁਆਰਾ ਭਾਰਤ ਦੇ ਮੁੱਖ ਜੱਜ ਅਤੇ ਸੰਬੰਧਿਤ ਰਾਜ ਦੇ ਗਵਰਨਰ ਦੀ ਸਲਾਹ ਨਾਲ ਕੀਤੀ ਜਾਂਦੀ ਹੈ ਅਤੇ ਹਾਈ ਕੋਰਟ ਦੇ ਦੂਜੇ ਜੱਜਾਂ ਦੀ ਗਿਣਤੀ ਨਿਸ਼ਚਿਤ ਨਹੀਂ ਕੀਤੀ ਗਈ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਇਲਾਹਾਬਾਦ ਹਾਈ ਕੋਰਟ ਜੋ ਕਿ ਉੱਤਰ ਪ੍ਰਦੇਸ਼ ਰਾਜ ਦੀ ਹਾਈ ਕੋਰਟ ਹੈ, ਉਸ ਵਿੱਚ 160 ਜੱਜ ਹਨ ਅਤੇ ਸਿੱਕਿਮ ਹਾਈ ਕੋਰਟ ਵਿੱਚ ਸਿਰਫ 3 ਜੱਜ ਹਨ। ਇਸ ਲਈ ਬੱਚਿਓ ਹਾਈ ਕੋਰਟ ਵਿੱਚ ਜੱਜਾਂ ਦੀ ਗਿਣਤੀ ਕੋਈ ਨਿਸ਼ਚਿਤ ਨਹੀਂ ਕੀਤੀ ਗਈ ਹੈ। ਇਹ ਕੰਮ 'ਤੇ ਆਧਾਰਿਤ ਹੈ, ਮੁਕੱਦਮਿਆਂ 'ਤੇ ਆਧਾਰਿਤ ਹੈ। ਜਿਸ ਅਦਾਲਤ ਵਿੱਚ ਜ਼ਿਆਦਾ ਕੰਮਕਾਜ ਹੁੰਦਾ ਹੈ ਉੱਥੇ ਜੱਜਾਂ ਦੀ ਗਿਣਤੀ ਵਧਾ ਦਿੱਤੀ ਜਾਂਦੀ ਹੈ। ਜਿੱਥੇ ਜਿਹੜੀ ਅਦਾਲਤ ਵਿੱਚ ਘੱਟ ਮੁਕੱਦਮੇ ਹੁੰਦੇ ਹਨ ਉੱਥੇ ਜੱਜਾਂ ਦੀ ਗਿਣਤੀ ਘਟਾ ਦਿੱਤੀ ਜਾਂਦੀ ਹੈ। ਜੱਜਾਂ ਦੀ ਚੋਣ ਕਿਸ ਤਰ੍ਹਾਂ ਹੁੰਦੀ ਹੈ? ਤਾਂ ਜੱਜਾਂ ਦੀ ਚੋਣ ਰਾਸ਼ਟਰਪਤੀ ਦੁਆਰਾ ਭਾਰਤ ਦੇ ਮੁੱਖ ਜੱਜ ਅਤੇ ਸੰਬੰਧਿਤ ਹਾਈ ਕੋਰਟ ਦੇ ਮੁੱਖ ਜੱਜ ਸੰਬੰਧਿਤ ਰਾਜ ਦੇ ਗਵਰਨਰ ਦੀ ਸਲਾਹ ਨਾਲ ਕੀਤੀ ਜਾਂਦੀ ਹੈ। ਤਾਂ ਇੱਥੇ ਬੱਚਿਓ 1998 ਈਸਵੀ ਦਾ ਸਰਵ ਉੱਚ ਅਦਾਲਤ ਦਾ ਫੈਸਲਾ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ 1998 ਈਸਵੀ ਵਿੱਚ ਸਰਵ ਉੱਚ ਅਦਾਲਤ ਨੇ ਇਹ ਫੈਸਲਾ ਦਿੱਤਾ ਸੀ ਕਿ ਰਾਸ਼ਟਰਪਤੀ ਨੂੰ ਸਲਾਹ ਦੇਣ ਲਈ ਭਾਰਤ ਦਾ ਮੁੱਖ ਜੱਜ 2 ਸੀਨੀਅਰ ਜੱਜਾਂ ਨਾਲ ਸਲਾਹ ਕਰੇਗਾ ਅਤੇ ਉਸ ਤੋਂ ਬਾਅਦ ਹੀ ਰਾਸ਼ਟਰਪਤੀ ਨੂੰ ਸਲਾਹ ਦਿੱਤੀ ਜਾਏਗੀ। ਜੱਜਾਂ ਦੀਆਂ ਯੋਗਤਾਵਾਂ ਵੀ ਨਿਸ਼ਚਿਤ ਕੀਤੀਆਂ ਗਈਆਂ ਹਨ। ਜੱਜਾਂ ਦੀਆਂ ਯੋਗਤਾਵਾਂ ਕੀ ਹਨ ਕਿ ਜੱਜ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ, ਉਸ ਕੋਲ ਘੱਟੋ ਘੱਟ 10 ਸਾਲ ਤੱਕ ਨਿਆਇਕ ਪਦਵੀ ਦਾ ਤਜਰਬਾ ਹੋਣਾ ਚਾਹੀਦਾ ਹੈ। ਯਾਨੀ ਕਿ 10 ਸਾਲ ਤੱਕ ਉਹ ਕਿਸੇ ਅਦਾਲਤ ਦਾ ਜੱਜ ਰਿਹਾ ਹੋਵੇ ਜਾਂ 10 ਸਾਲ ਤੱਕ ਉਸ ਨੇ ਵਕਾਲਤ ਕੀਤੀ ਹੋਵੇ। ਜੱਜਾਂ ਦੇ ਤਨਖਾਹ ਅਤੇ ਭੱਤੇ। ਜੱਜਾਂ ਨੂੰ ਬੱਚੋ 2009 ਈਸਵੀ ਵਿੱਚ ਜੱਜਾਂ ਦੀ ਤਨਖਾਹ ਨੂੰ ਵਧਾ ਕੇ ਮੁੱਖ ਜੱਜ ਦੀ ਤਨਖਾਹ 90,000 ਰੁਪਏ ਕਰ ਦਿੱਤੀ ਗਈ ਸੀ ਅਤੇ ਜੋ ਬਾਕੀ ਜੱਜ ਹਨ ਉਹਨਾਂ ਦੀ ਤਨਖਾਹ 80,000 ਰੁਪਏ ਨਿਸ਼ਚਿਤ ਕੀਤੀ ਗਈ ਸੀ। ਜੱਜਾਂ ਦੀ ਤਨਖਾਹ ਨੂੰ ਸਮੇਂ-ਸਮੇਂ 'ਤੇ ਸੰਸਦ ਦੁਆਰਾ
ਸੋਧਿਆ ਜਾਂਦਾ ਹੈ, ਯਾਨੀ ਕਿ ਜੱਜਾਂ ਦੀ ਤਨਖਾਹ ਵਿੱਚ ਫੇਰ ਬਦਲ ਕਰਨ ਦਾ ਅਧਿਕਾਰ ਸੰਸਦ ਨੂੰ ਦਿੱਤਾ ਗਿਆ ਹੈ ਅਤੇ ਸੰਸਦ ਨੇ ਸਮੇਂ-ਸਮੇਂ 'ਤੇ ਜੱਜਾਂ ਦੀ ਤਨਖਾਹ ਵਿੱਚ ਬਦਲਾਅ ਵੀ ਕੀਤਾ ਹੈ। ਜਿਵੇਂ 1950 ਈਸਵੀ ਵਿੱਚ ਮੁੱਖ ਜੱਜ ਦੀ ਤਨਖਾਹ 4000 ਰੁਪਏ ਅਤੇ ਦੂਜੇ ਜੱਜਾਂ ਦੀ ਤਨਖਾਹ 3500 ਰੁਪਏ ਨਿਸ਼ਚਿਤ ਕੀਤੀ ਗਈ ਸੀ। ਇਸ ਤੋਂ ਬਾਅਦ 1986 ਈਸਵੀ ਵਿੱਚ ਮੁੱਖ ਜੱਜ ਦੀ ਤਨਖਾਹ 9000 ਰੁਪਏ ਅਤੇ ਦੂਜੇ ਜੱਜਾਂ ਦੀ ਤਨਖਾਹ 8000 ਰੁਪਏ ਪ੍ਰਤੀ ਮਹੀਨਾ ਕੀਤੀ ਗਈ ਸੀ। ਇਸ ਤੋਂ ਬਾਅਦ ਇਸ ਵਿੱਚ 1998 ਈਸਵੀ ਵਿੱਚ ਬਦਲਾਅ ਕੀਤਾ ਗਿਆ। ਮੁੱਖ ਜੱਜ ਦੀ ਤਨਖਾਹ 30000 ਰੁਪਏ ਅਤੇ ਦੂਜੇ ਜੱਜਾਂ ਦੀ ਤਨਖਾਹ 26000 ਰੁਪਏ ਨਿਸ਼ਚਿਤ ਕੀਤੀ ਗਈ ਸੀ। ਉਸ ਤੋਂ ਬਾਅਦ 2009 ਈਸਵੀ ਵਿੱਚ ਮੁੱਖ ਜੱਜ ਦੀ ਤਨਖਾਹ 90000 ਅਤੇ ਬਾਕੀ ਜੱਜਾਂ ਦੀ ਤਨਖਾਹ 80000 ਰੁਪਏ ਨਿਸ਼ਚਿਤ ਕੀਤੀ ਗਈ ਸੀ। ਇਸ ਤੋਂ ਇਲਾਵਾ ਬੱਚਿਓ ਇਨ ਜੱਜਾਂ ਦੀ ਤਨਖਾਹ ਸੰਚਿਤ ਨਿਧੀ ਵਿੱਚੋਂ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਰਿਟਾਇਰਮੈਂਟ ਤੋਂ ਬਾਅਦ 50% ਉਹਨਾਂ ਦੀ ਤਨਖਾਹ ਦਾ 50% ਹਿੱਸਾ ਪੈਨਸ਼ਨ ਦੇ ਰੂਪ ਵਿੱਚ ਵੀ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਨਿਯੁਕਤੀ ਸਮੇਂ ਰਾਜ ਦੇ ਰਾਜਪਾਲ ਦੁਆਰਾ ਜੱਜ ਨੂੰ ਪਦਵੀ ਦੀ ਸਹੁੰ ਵੀ ਚੁਕਾਈ ਜਾਂਦੀ ਹੈ। ਜੱਜਾਂ ਦੀ ਬਦਲੀ ਕਰਨ ਦਾ ਅਧਿਕਾਰ ਰਾਸ਼ਟਰਪਤੀ ਨੂੰ ਹੈ। ਭਾਰਤ ਦਾ ਰਾਸ਼ਟਰਪਤੀ ਮੁੱਖ ਜੱਜ ਦੀ ਸਲਾਹ ਨਾਲ ਜੱਜਾਂ ਦੀ ਬਦਲੀ ਕਰ ਸਕਦਾ ਹੈ। ਜੱਜਾਂ ਦਾ ਕਾਰਜਕਾਲ 62 ਸਾਲ ਦੀ ਉਮਰ ਤੱਕ ਹੁੰਦਾ ਹੈ, ਯਾਨੀ ਕਿ ਜਦੋਂ ਕੋਈ ਜੱਜ 62 ਸਾਲ ਦੀ ਉਮਰ ਪ੍ਰਾਪਤ ਕਰ ਲੈਂਦਾ ਹੈ ਤਾਂ ਉਸ ਨੂੰ ਪਦਵੀ ਤੋਂ ਰਿਟਾਇਰ ਕਰ ਦਿੱਤਾ ਜਾਂਦਾ ਹੈ। 1963 ਈਸਵੀ ਤੋਂ ਪਹਿਲਾਂ ਇਹ ਉਮਰ 60 ਸਾਲ ਸੀ ਅਤੇ 1963 ਈਸਵੀ ਵਿੱਚ ਰਿਟਾਇਰਮੈਂਟ ਉਮਰ ਨੂੰ 60 ਸਾਲ ਤੋਂ ਵਧਾ ਕੇ 62 ਸਾਲ ਤੱਕ ਕਰ ਦਿੱਤਾ ਗਿਆ ਸੀ। ਜੱਜ ਨੂੰ ਪਦਵੀ ਤੋਂ ਕਿਵੇਂ ਹਟਾਇਆ ਜਾ ਸਕਦਾ ਹੈ? ਤਾਂ ਜੱਜ ਨੂੰ ਪਦਵੀ ਤੋਂ ਰਾਸ਼ਟਰਪਤੀ ਦੁਆਰਾ ਹੀ ਹਟਾਇਆ ਜਾ ਸਕਦਾ ਹੈ, ਪਰੰਤੂ ਰਾਸ਼ਟਰਪਤੀ ਆਪਣੀ ਮਰਜ਼ੀ ਨਾਲ ਜੱਜ ਨੂੰ ਪਦਵੀ ਤੋਂ ਨਹੀਂ ਹਟਾ ਸਕਦਾ। ਇਸ ਵਾਸਤੇ ਸੰਸਦ ਦੀ ਸਿਫਾਰਿਸ਼ ਦੀ ਲੋੜ ਪੈਂਦੀ ਹੈ। ਜੇਕਰ ਸੰਸਦ ਦੇ ਦੋਨੋਂ ਸਦਨਾਂ ਭਾਵ ਲੋਕ ਸਭਾ ਅਤੇ ਰਾਜ ਸਭਾ 2/3 ਬਹੁਮਤ ਦੁਆਰਾ ਕਿਸੇ ਜੱਜ ਦੇ ਖਿਲਾਫ ਮਤਾ ਪਾਸ ਕਰ ਦੇਣ ਤਾਂ ਉਸ ਜੱਜ ਨੂੰ ਪਦਵੀ ਤੋਂ ਹਟਣਾ ਪੈਂਦਾ ਹੈ। ਇਸ ਤੋਂ ਇਲਾਵਾ ਜੱਜ ਦੀ ਰਿਟਾਇਰਮੈਂਟ ਤੋਂ ਬਾਅਦ ਵਕਾਲਤ ਸੰਬੰਧੀ ਵੀ ਕੁਝ ਨਿਯਮ ਬਣਾਏ ਗਏ ਹਨ। ਉਹ ਨਿਯਮ ਕੀ ਹਨ ਕਿ ਇੱਕ ਹਾਈ ਕੋਰਟ ਵਿੱਚੋਂ ਰਿਟਾਇਰ ਹੋਇਆ ਜੱਜ ਸਿਰਫ ਸਰਵ ਉੱਚ ਅਦਾਲਤ ਯਾਨੀ ਕਿ ਭਾਰਤ ਦੀ ਸੁਪਰੀਮ ਕੋਰਟ ਜਾਂ ਦੂਜੇ ਰਾਜਾਂ ਦੀਆਂ ਉੱਚ ਅਦਾਲਤਾਂ, ਜਿਹੜੇ ਰਾਜ ਦੀ ਅਦਾਲਤ 'ਚੋਂ ਉਹ ਰਿਟਾਇਰ ਹੋਇਆ ਹੈ, ਉਸ ਤੋਂ ਇਲਾਵਾ ਦੂਜੇ ਰਾਜਾਂ ਦੀਆਂ ਹਾਈ ਕੋਰਟਸ ਵਿੱਚ ਉੱਚ ਅਦਾਲਤਾਂ ਵਿੱਚ ਉਹ ਜੱਜ ਵਕਾਲਤ ਕਰ ਸਕਦਾ ਹੈ। ਦੂਜੇ ਸ਼ਬਦਾਂ ਵਿੱਚ ਬੱਚਿਓ ਕਿ ਇੱਕ ਹਾਈ ਕੋਰਟ ਵਿੱਚੋਂ ਰਿਟਾਇਰ ਹੋਇਆ ਜੱਜ ਉਸ ਹਾਈ ਕੋਰਟ ਵਿੱਚ ਜਿੱਥੋਂ ਉਹ ਰਿਟਾਇਰ ਹੋਇਆ ਹੈ ਅਤੇ ਪੂਰੇ ਭਾਰਤ ਵਿੱਚ ਕਿਸੇ ਵੀ ਅਧੀਨ ਅਦਾਲਤ ਵਿੱਚ ਜਾਂ ਜ਼ਿਲ੍ਹਾ ਅਦਾਲਤਾਂ ਵਿੱਚ ਵਕਾਲਤ ਨਹੀਂ ਕਰ ਸਕਦਾ। ਇਸ ਤੋਂ ਇਲਾਵਾ ਬੱਚਿਓ ਇੱਕ ਕਾਰਜਕਾਰੀ ਮੁੱਖ ਜੱਜ ਹੁੰਦਾ ਹੈ। ਇਸ ਨੂੰ ਕਦੋਂ ਅਪੁਆਇੰਟ ਕੀਤਾ ਜਾਂਦਾ ਹੈ? ਜਦੋਂ ਕਿਸੇ ਕਾਰਨ ਕਰਕੇ ਮੁੱਖ ਜੱਜ ਆਪਣੀ ਡਿਊਟੀ 'ਤੇ ਹਾਜ਼ਰ ਨਹੀਂ ਹੋ ਪਾ ਰਿਹਾ ਹੈ। ਉਸ ਦਾ ਕਾਰਨ ਬਿਮਾਰੀ ਹੋ ਸਕਦੀ ਹੈ, ਸਿਹਤ ਠੀਕ ਨਾ ਹੋਣ ਕਰਕੇ ਜਾਂ ਹੋਰ ਕਿਸੇ ਕਾਰਨ ਕਰਕੇ ਵੀ ਜਦੋਂ ਮੁੱਖ ਜੱਜ ਆਪਣੀ ਡਿਊਟੀ 'ਤੇ ਨਹੀਂ ਆ ਪਾ ਰਿਹਾ ਤਾਂ ਕਾਰਜਕਾਰੀ ਜੱਜ ਨੂੰ ਨਿਯੁਕਤ ਕੀਤਾ ਜਾਂਦਾ ਹੈ। ਇਹ ਕਿੰਨੇ ਸਮੇਂ ਲਈ ਨਿਯੁਕਤ ਕੀਤਾ ਜਾਂਦਾ ਹੈ ਕਿ ਜਦੋਂ ਮੁੱਖ ਜੱਜ ਆਪਣੀ ਡਿਊਟੀ 'ਤੇ ਹਾਜ਼ਰ ਹੋ ਜਾਂਦਾ ਹੈ ਤਾਂ ਕਾਰਜਕਾਰੀ ਜੱਜ ਨੂੰ ਪਦਵੀ ਛੱਡਣੀ ਪੈਂਦੀ ਹੈ। ਇਸ ਤੋਂ ਇਲਾਵਾ ਕਾਰਜਕਾਰੀ ਜੱਜ ਵੀ ਹੁੰਦਾ ਹੈ। ਕਾਰਜਕਾਰੀ ਜੱਜ ਵੀ ਉਸੇ ਕਾਰਨ ਕਰਕੇ ਹੀ ਅਪੁਆਇੰਟ ਕੀਤਾ ਜਾਂਦਾ ਹੈ ਕਿ ਜਦੋਂ ਕਿਸੇ ਕਾਰਨ ਕਰਕੇ ਕੋਈ ਜੱਜ ਆਪਣੀ ਡਿਊਟੀ 'ਤੇ ਨਹੀਂ ਆ ਪਾ ਰਿਹਾ, ਉਸ ਸਮੇਂ ਕਾਰਜਕਾਰੀ ਜੱਜ ਨੂੰ ਅਪੁਆਇੰਟ ਕੀਤਾ ਜਾਂਦਾ ਹੈ। ਤਾਂ ਕਾਰਜਕਾਰੀ ਜੱਜ ਵੀ ਉਨਾ ਸਮਾਂ ਹੀ ਪਦਵੀ 'ਤੇ ਰਹਿੰਦਾ ਹੈ ਜਿੰਨਾ ਸਮਾਂ ਉਹ ਜੱਜ ਆਪਣੀ ਡਿਊਟੀ 'ਤੇ ਮੁੜ ਹਾਜ਼ਰ ਨਹੀਂ ਹੋ ਜਾਂਦਾ। ਇਸ ਤੋਂ ਇਲਾਵਾ ਬੱਚੋ ਇੱਕ ਸਹਾਇਕ ਜੱਜ ਹੁੰਦਾ ਹੈ। ਇਹ ਵਰਕਲੋਡ 'ਤੇ ਨਿਰਭਰ ਕਰਦਾ ਹੈ ਕਿ ਕਿਸੇ ਅਦਾਲਤ ਵਿੱਚ ਜੇਕਰ ਵਰਕਲੋਡ ਜ਼ਿਆਦਾ ਹੈ ਤਾਂ ਉਸ ਅਦਾਲਤ ਵਿੱਚ ਸਹਾਇਕ ਜੱਜ ਦੀ ਨਿਯੁਕਤੀ ਵੀ ਕਰ ਦਿੱਤੀ ਜਾਂਦੀ ਹੈ। ਸਹਾਇਕ ਜੱਜ ਦੀ ਨਿਯੁਕਤੀ
2 ਸਾਲ ਲਈ ਕੀਤੀ ਜਾਂਦੀ ਹੈ। ਹਾਈ ਕੋਰਟ ਦੀਆਂ ਸ਼ਕਤੀਆਂ ਅਤੇ ਕੰਮ। ਹਾਈ ਕੋਰਟ ਦੀਆਂ ਬਹੁਤ ਸਾਰੀਆਂ ਸ਼ਕਤੀਆਂ ਹਨ। ਇਹਨਾਂ ਵਿੱਚੋਂ ਇੱਕ ਮਹੱਤਵਪੂਰਨ ਸ਼ਕਤੀ ਹੈ ਆਰੰਭਿਕ ਅਧਿਕਾਰ ਖੇਤਰ। ਆਰੰਭਿਕ ਅਧਿਕਾਰ ਖੇਤਰ ਤੋਂ ਭਾਵ ਹੈ ਕਿ ਉਹ ਮੁਕੱਦਮੇ ਜਿਹੜੇ ਸਿੱਧੇ ਹਾਈ ਕੋਰਟ ਵਿੱਚ ਹੀ ਪੇਸ਼ ਕੀਤੇ ਜਾ ਸਕਦੇ ਹਨ। ਅਧੀਨ ਅਦਾਲਤਾਂ ਵਿੱਚ ਐਸੇ ਮੁਕੱਦਮੇ ਲਿਜਾਣ ਦੀ ਲੋੜ ਨਹੀਂ ਹੁੰਦੀ। ਉਹ ਕਿਹੜੇ ਮੁਕੱਦਮੇ ਹੁੰਦੇ ਹਨ? ਜਿਵੇਂ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਮਾਮਲੇ, ਇਹਨਾਂ ਨੂੰ ਸਿੱਧੇ ਹਾਈ ਕੋਰਟ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਸੰਸਦ ਦੇ ਮੈਂਬਰ ਭਾਵ MP ਅਤੇ ਰਾਜ ਵਿਧਾਨ ਮੰਡਲ ਦੇ ਮੈਂਬਰਾਂ ਦੀ ਚੋਣ ਸੰਬੰਧੀ ਕੋਈ ਝਗੜਾ ਉਤਪੰਨ ਹੁੰਦਾ ਹੈ, ਜਿਵੇਂ ਕਿਸੇ ਮੈਂਬਰ ਨੂੰ ਇਹ ਪ੍ਰਤੀਤ ਹੁੰਦਾ ਹੈ ਕਿ ਚੋਣ ਵਿੱਚ ਕੋਈ ਗੜਬੜ ਕੀਤੀ ਗਈ ਹੈ, ਕਰਪਸ਼ਨ ਕੀਤਾ ਗਿਆ ਹੈ, ਤਾਂ ਐਸੇ ਮਾਮਲੇ ਵੀ ਸਿੱਧੇ ਹਾਈ ਕੋਰਟ ਵਿੱਚ ਪੇਸ਼ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਮਾਲੀਏ ਨਾਲ ਸੰਬੰਧਿਤ ਮਸਲੇ ਜਾਂ ਉਹ ਕੇਸ ਜਿਨ੍ਹਾਂ ਵਿੱਚ ਸੰਵਿਧਾਨ ਦੀ ਵਿਆਖਿਆ ਦੀ ਲੋੜ ਹੋਵੇ, ਐਸੇ ਮਾਮਲੇ ਵੀ ਹਾਈ ਕੋਰਟ ਵਿੱਚ ਪੇਸ਼ ਕੀਤੇ ਜਾ ਸਕਦੇ ਹਨ। ਵਸੀਅਤ, ਵਿਆਹ, ਤਲਾਕ ਜਾਂ ਕੰਪਨੀ ਨਾਲ ਸੰਬੰਧਿਤ ਕਾਨੂੰਨ ਵੀ ਹਾਈ ਕੋਰਟ ਵਿੱਚ ਸਿੱਧੇ ਲਿਆਂਦੇ ਜਾ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਅਦਾਲਤ ਦੇ ਅਪਮਾਨ ਨਾਲ ਸੰਬੰਧਿਤ ਕੋਈ ਮਾਮਲਾ ਹੈ, ਉਹ ਵੀ ਸਿੱਧਾ ਹਾਈ ਕੋਰਟ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਅਪੀਲੀ ਅਧਿਕਾਰ ਖੇਤਰ ਤੋਂ ਕੀ ਭਾਵ ਹੈ? ਅਪੀਲੀ ਅਧਿਕਾਰ ਖੇਤਰ ਤੋਂ ਭਾਵ ਹੈ ਬੱਚਿਓ ਕਿ ਜੇਕਰ ਹੇਠਲੀਆਂ ਅਦਾਲਤਾਂ ਦੁਆਰਾ ਦਿੱਤੇ ਗਏ ਫੈਸਲਿਆਂ ਦੇ ਖਿਲਾਫ ਅਪੀਲ ਕਰਨੀ ਹੋਵੇ ਤਾਂ ਹਾਈ ਕੋਰਟ ਵਿੱਚ ਅਜਿਹੀ ਅਪੀਲ ਕੀਤੀ ਜਾ ਸਕਦੀ ਹੈ। ਤਾਂ ਉਹ ਕਿਹੜੇ ਮਾਮਲੇ ਹੁੰਦੇ ਹਨ? ਜਾਂ ਤਾਂ ਦੀਵਾਨੀ ਮਾਮਲੇ ਹੁੰਦੇ ਹਨ ਜਾਂ ਫੌਜਦਾਰੀ ਮਾਮਲੇ ਹੁੰਦੇ ਹਨ। ਦੀਵਾਨੀ ਮਾਮਲੇ ਉਹ ਮਾਮਲੇ ਹੁੰਦੇ ਹਨ ਬੱਚਿਓ ਜਿਸ ਵਿੱਚ ਫੈਸਲਾ ਆਉਣ ਤੋਂ ਬਾਅਦ ਕਿਸੇ ਵੀ ਧਿਰ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਂਦੀ, ਬਲਕਿ ਅਦਾਲਤ ਦਾ ਫੈਸਲਾ ਹੁੰਦਾ ਹੈ, ਦੋਨਾਂ ਧਿਰਾਂ ਨੂੰ ਮੰਨਣਾ ਹੁੰਦਾ ਹੈ। ਉਦਾਹਰਨ ਦੇ ਤੌਰ 'ਤੇ ਜੇਕਰ ਕਿਸੇ ਪਤੀ ਪਤਨੀ ਨੇ ਆਪਸ ਵਿੱਚ ਤਲਾਕ ਲੈਣਾ ਹੈ, ਇੱਕ ਧਿਰ ਤਲਾਕ ਲੈਣਾ ਚਾਹੁੰਦੀ ਹੈ, ਇੱਕ ਲੈਣਾ ਨਹੀਂ ਚਾਹੁੰਦੀ, ਤਾਂ ਮਸਲਾ ਅਦਾਲਤ ਵਿੱਚ ਜਾਂਦਾ ਹੈ। ਤਾਂ ਅਦਾਲਤ ਕੋਈ ਵੀ ਫੈਸਲਾ ਦਿੰਦੀ ਹੈ, ਚਾਹੇ ਤਲਾਕ ਦਿੰਦੀ ਹੈ ਚਾਹੇ ਤਲਾਕ ਨਹੀਂ ਦਿੰਦੀ, ਤਾਂ ਦੋਨੋਂ ਧਿਰਾਂ ਉਸ ਫੈਸਲੇ ਨੂੰ ਮੰਨਦੀਆਂ ਹਨ, ਪਰੰਤੂ ਸਜ਼ਾ ਕਿਸੇ ਵੀ ਧਿਰ ਨੂੰ ਨਹੀਂ ਦਿੱਤੀ ਜਾਂਦੀ। ਤਾਂ ਐਸੇ ਮਾਮਲੇ ਦੀਵਾਨੀ ਮਾਮਲੇ ਅਖਵਾਉਂਦੇ ਹਨ। ਅਤੇ ਫੌਜਦਾਰੀ ਮਾਮਲੇ ਉਹ ਮਾਮਲੇ ਹੁੰਦੇ ਹਨ ਬੱਚਿਓ ਜਿਸ ਵਿੱਚ ਕੋਈ ਜੁਰਮ ਹੋਇਆ ਹੁੰਦਾ ਹੈ, ਕ੍ਰਾਈਮ ਹੋਇਆ ਹੁੰਦਾ ਹੈ ਅਤੇ ਅਪਰਾਧੀ ਨੂੰ ਇਹਨਾਂ ਮਾਮਲਿਆਂ ਵਿੱਚ ਸਜ਼ਾ ਵੀ ਦਿੱਤੀ ਜਾਂਦੀ ਹੈ। ਤਾਂ ਦੀਵਾਨੀ ਮਾਮਲਿਆਂ ਵਿੱਚ ਅਧੀਨ ਅਦਾਲਤਾਂ ਦੇ ਫੈਸਲਿਆਂ ਦੇ ਵਿਰੁੱਧ ਹਾਈ ਕੋਰਟ ਵਿੱਚ ਅਪੀਲ ਕੀਤੀ ਜਾ ਸਕਦੀ ਹੈ। ਇਹ ਇੱਕ ਨਿਸ਼ਚਿਤ ਰਕਮ ਹੁੰਦੀ ਹੈ ਜਿਸ ਤੋਂ ਵੱਧ ਦੇ ਮਾਮਲੇ ਨੂੰ ਹਾਈ ਕੋਰਟ ਵਿੱਚ ਅਪੀਲ ਦੁਆਰਾ ਪੇਸ਼ ਕੀਤਾ ਜਾ ਸਕਦਾ ਹੈ। ਫੌਜਦਾਰੀ ਮਾਮਲੇ ਵਿੱਚ ਸੈਸ਼ਨ ਕੋਰਟ ਦੇ ਫੈਸਲੇ ਦੇ ਵਿਰੁੱਧ ਜੇਕਰ ਸਜ਼ਾ 7 ਸਾਲ ਤੋਂ ਵੱਧ ਹੋਵੇ ਤਾਂ ਹਾਈ ਕੋਰਟ ਵਿੱਚ ਅਪੀਲ ਕੀਤੀ ਜਾ ਸਕਦੀ ਹੈ। ਬੱਚਿਓ, ਅਧੀਨ ਅਦਾਲਤ ਦੁਆਰਾ ਕਿਸੇ ਅਪਰਾਧੀ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ, ਪਰੰਤੂ ਮੌਤ ਦੀ ਸਜ਼ਾ ਨੂੰ ਹਾਈ ਕੋਰਟ ਦੁਆਰਾ ਪੁਸ਼ਟੀ ਕਰਨੀ ਜ਼ਰੂਰੀ ਹੁੰਦੀ ਹੈ। ਤਾਂ ਇਸ ਲਈ ਹਾਈ ਕੋਰਟ ਦਾ ਵੀ ਉਸ ਵਿੱਚ ਰੋਲ ਹੁੰਦਾ ਹੈ। ਇਸ ਤੋਂ ਇਲਾਵਾ ਬੱਚਿਓ, ਹਾਈ ਕੋਰਟ ਕੋਲ ਰਿਟ ਅਧਿਕਾਰ ਖੇਤਰ ਵੀ ਹੈ। ਸੰਵਿਧਾਨ ਦੇ ਅਨੁਛੇਦ 226 ਅਨੁਸਾਰ ਹਾਈ ਕੋਰਟ ਨੂੰ ਰਿਟ ਜਾਰੀ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਸੁਪਰੀਮ ਕੋਰਟ ਨੂੰ ਅਨੁਛੇਦ 32 ਦੇ ਅਨੁਸਾਰ ਇਹ ਅਧਿਕਾਰ ਦਿੱਤਾ ਗਿਆ ਹੈ ਅਤੇ ਹਾਈ ਕੋਰਟ ਨੂੰ ਅਨੁਛੇਦ 226 ਦੇ ਅਧੀਨ ਇਹ ਅਧਿਕਾਰ ਦਿੱਤਾ ਗਿਆ ਹੈ। ਤਾਂ 5 ਪ੍ਰਕਾਰ ਦੀ ਰਿਟ ਪਟੀਸ਼ਨਸ ਹੁੰਦੀਆਂ ਹਨ ਜਿਨ੍ਹਾਂ ਨੂੰ ਹਾਈ ਕੋਰਟ ਦੁਆਰਾ ਜਾਰੀ ਕੀਤਾ ਜਾ ਸਕਦਾ ਹੈ। ਬੰਦੀ ਪ੍ਰਤੱਖੀਕਰਨ ਜਾਂ ਰਿਟ ਆਫ ਹੇਬੀਅਸ ਕਾਰਪਸ ਇਹ ਕਿਸ ਸਮੇਂ ਜਾਰੀ ਕੀਤੀ ਜਾਂਦੀ ਹੈ ਬੱਚਿਓ ਕਿ ਜਦੋਂ ਅਦਾਲਤ ਦੇ ਸਾਹਮਣੇ ਐਸਾ ਮਾਮਲਾ ਆਉਂਦਾ ਹੈ ਕਿ ਕਿਸੇ ਵਿਅਕਤੀ ਨੂੰ ਜ਼ਬਰਦਸਤੀ ਜਾਂ ਗੈਰ ਕਾਨੂੰਨੀ ਤਰੀਕੇ ਨਾਲ ਕੈਦ ਜਾਂ ਨਜ਼ਰਬੰਦ ਕੀਤਾ ਗਿਆ ਹੈ, ਤਾਂ ਹਾਈ ਕੋਰਟ ਬੰਦੀ ਪ੍ਰਤੱਖੀਕਰਨ ਜਾਂ ਹੇਬੀਅਸ ਕਾਰਪਸ ਦੀ ਰਿਟ ਜਾਰੀ ਕਰਦੀ ਹੈ। ਇਸ ਤੋਂ ਇਲਾਵਾ ਫਰਮਾਨ ਜਾਂ ਰਿਟ ਆਫ ਮੈਂਡਮਸ ਇਹ ਉਸ ਸਮੇਂ ਜਾਰੀ ਕੀਤੀ ਜਾਂਦੀ ਹੈ ਕਿ ਜਦੋਂ ਫਰਮਾਨ ਜਾਂ ਰਿਟ ਆਫ ਮੈਂਡਮਸ ਇਹ ਬੱਚਿਓ ਕਿਸੇ ਅਧੀਨ ਅਦਾਲਤ
ਕਿਸੇ ਕਾਰਪੋਰੇਸ਼ਨ ਜਾਂ ਕਿਸੇ ਪਬਲਿਕ ਅਥਾਰਟੀ ਨੂੰ ਕੋਈ ਫਰਜ਼ ਨਿਭਾਉਣ ਲਈ ਆਦੇਸ਼ ਜਾਰੀ ਕੀਤਾ ਜਾਂਦਾ ਹੈ ਤਾਂ ਇਸ ਨੂੰ ਫਰਮਾਨ ਜਾਂ ਰਿਟ ਆਫ ਮੈਂਡਾਮਸ ਕਿਹਾ ਜਾਂਦਾ ਹੈ। ਵਰਜਨ ਜਾਂ ਰਿਟ ਆਫ ਪ੍ਰੋਹਿਬਿਸ਼ਨ, ਇਹ ਜਦੋਂ ਕਿਸੇ ਸੰਸਥਾ ਨੂੰ ਜਾਂ ਕਿਸੇ ਵਿਅਕਤੀ ਨੂੰ ਕੋਈ ਕੰਮ ਕਰਨ ਤੋਂ ਰੋਕਿਆ ਜਾਂਦਾ ਹੈ, ਭਾਵ ਕਿ ਅਜਿਹਾ ਕੰਮ ਜਿਸ ਦੀ ਕਾਨੂੰਨ ਆਗਿਆ ਨਹੀਂ ਦਿੰਦਾ, ਤਾਂ ਉਸ ਨੂੰ ਰਿਟ ਆਫ ਪ੍ਰੋਹਿਬਿਸ਼ਨ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਬੱਚਿਓ, ਅਧਿਕਾਰ ਪ੍ਰੀਸ਼ਾ ਜਾਂ ਰਿਟ ਆਫ ਕੋ ਵਾਰੰਟੋ ਵੀ ਹਾਈ ਕੋਰਟ ਦੁਆਰਾ ਜਾਰੀ ਕੀਤੀ ਜਾਂਦੀ ਹੈ। ਇਹ ਕਿਸ ਸਮੇਂ ਜਾਰੀ ਕੀਤੀ ਜਾਂਦੀ ਹੈ? ਜਦੋਂ ਕਿਸੇ ਵਿਅਕਤੀ ਦੁਆਰਾ ਕਿਸੇ ਪਦਵੀ ਨੂੰ ਗੈਰ ਕਾਨੂੰਨੀ ਢੰਗ ਨਾਲ ਕਾਬਜ਼ ਕੀਤਾ ਜਾਂਦਾ ਹੈ ਤਾਂ ਇਹ ਹਾਈ ਕੋਰਟ ਇਸ ਰਿਟ ਦਾ ਪ੍ਰਯੋਗ ਕਰਦੀ ਹੈ। ਉਤਪ੍ਰੇਖਣ ਲੇਖ ਜਾਂ ਰਿਟ ਆਫ ਸਰਚਰਰੀ, ਇਹ ਉਸ ਸਮੇਂ ਜਾਰੀ ਕੀਤੀ ਜਾਂਦੀ ਹੈ ਜਦੋਂ ਉੱਚ ਅਦਾਲਤ ਦੁਆਰਾ ਕਿਸੇ ਹੇਠਲੀ ਅਦਾਲਤ ਜਾਂ ਕਿਸੇ ਕਾਨੂੰਨ ਦਾ ਨਿਰੀਖਣ ਕਰਨਾ ਹੋਵੇ। ਇੱਕ ਹੋਰ ਬਹੁਤ ਹੀ ਮਹੱਤਵਪੂਰਨ ਅਧਿਕਾਰ ਨਿਆਂਪਾਲਿਕਾ ਜਾਂ ਉੱਚ ਅਦਾਲਤ ਕੋਲ ਹੈ, ਨਿਆਇਕ ਪੁਨਰ ਨਿਰੀਖਣ ਦਾ ਅਧਿਕਾਰ। ਇਹ ਅਧਿਕਾਰ ਬੱਚੋ ਕਿਸੇ ਵੀ ਕਾਨੂੰਨ ਨੂੰ ਸੰਵਿਧਾਨਕ ਕਸੌਟੀ 'ਤੇ ਪਰਖਿਆ ਜਾਂਦਾ ਹੈ। ਅਦਾਲਤ ਨੂੰ ਜੇਕਰ ਇਹ ਮਹਿਸੂਸ ਹੁੰਦਾ ਹੈ ਕਿ ਇਹ ਕਾਨੂੰਨ ਸੰਵਿਧਾਨ ਦੇ ਖਿਲਾਫ ਹੈ ਜਾਂ ਇਸ ਕਾਨੂੰਨ ਦੀ ਕੋਈ ਧਾਰਾ ਸੰਵਿਧਾਨ ਦੇ ਖਿਲਾਫ ਹੈ, ਤਾਂ ਉਹ ਕਾਨੂੰਨ ਜਿਸ ਹੱਦ ਤੱਕ ਸੰਵਿਧਾਨ ਦੇ ਖਿਲਾਫ ਹੁੰਦਾ ਹੈ ਤਾਂ ਨਿਆਂਪਾਲਿਕਾ ਕੋਲੇ, ਹਾਈ ਕੋਰਟ ਕੋਲੇ ਇਹ ਅਧਿਕਾਰ ਹੈ ਕਿ ਉਹ ਉਸ ਕਾਨੂੰਨ ਨੂੰ ਉਸ ਹੱਦ ਤੱਕ ਰੱਦ ਕਰ ਸਕਦੀ ਹੈ। ਤਾਂ ਇਸ ਅਧਿਕਾਰ ਨੂੰ ਅਸੀਂ ਨਿਆਇਕ ਪੁਨਰ ਨਿਰੀਖਣ ਦਾ ਅਧਿਕਾਰ ਕਹਿੰਦੇ ਹਾਂ। ਹਾਲਾਂਕਿ ਹਾਈ ਕੋਰਟ ਦੁਆਰਾ ਨਿਆਇਕ ਪੁਨਰ ਨਿਰੀਖਣ ਜੋ ਕੀਤਾ ਜਾਂਦਾ ਹੈ ਉਸ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਅਪੀਲ ਵੀ ਕੀਤੀ ਜਾ ਸਕਦੀ ਹੈ। ਪ੍ਰਮਾਣ ਪੱਤਰ ਦੇਣ ਦਾ ਅਧਿਕਾਰ, ਇਸ ਤੋਂ ਭਾਵ ਹੈ ਬੱਚੋ ਕਿ ਜੋ ਵੀ ਫੈਸਲੇ ਹਾਈ ਕੋਰਟ ਦੁਆਰਾ ਕੀਤੇ ਜਾਂਦੇ ਹਨ ਉਹਨਾਂ ਦੇ ਨਾਲ ਹਾਈ ਕੋਰਟ ਇਹ ਪ੍ਰਮਾਣ ਪੱਤਰ ਵੀ ਦਿੰਦੀ ਹੈ ਕਿ ਇਸ ਫੈਸਲੇ ਵਿੱਚ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਜਾ ਸਕਦੀ ਹੈ ਜਾਂ ਨਹੀਂ। ਕਈ ਵਾਰ ਸੁਪਰੀਮ ਕੋਰਟ ਖੁਦ ਵੀ ਇਜਾਜ਼ਤ ਦੇ ਦਿੰਦੀ ਹੈ ਕਿ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਜਾਏ, ਪਰੰਤੂ ਇਹ ਮਾਮਲੇ ਬਹੁਤ ਘੱਟ ਹੁੰਦੇ ਹਨ। ਜ਼ਿਆਦਾਤਰ ਮਾਮਲਿਆਂ ਵਿੱਚ ਹਾਈ ਕੋਰਟ ਦੁਆਰਾ ਹੀ ਪ੍ਰਮਾਣ ਪੱਤਰ ਦਿੱਤਾ ਜਾਂਦਾ ਹੈ ਕਿ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਜਾ ਸਕਦੀ ਹੈ ਜਾਂ ਨਹੀਂ। ਇਸ ਤੋਂ ਇਲਾਵਾ ਹਾਈ ਕੋਰਟ ਕੋਲ ਮੁਕੱਦਮਿਆਂ ਨੂੰ ਤਬਦੀਲ ਕਰਨ ਦਾ ਵੀ ਅਧਿਕਾਰ ਹੁੰਦਾ ਹੈ ਕਿ ਹਾਈ ਕੋਰਟ ਮੁਕੱਦਮੇ ਨੂੰ ਵਿਆਖਿਆ ਕਰਨ ਲਈ ਕਿਸੇ ਅਧੀਨ ਅਦਾਲਤ ਤੋਂ ਹਾਈ ਕੋਰਟ ਵਿੱਚ ਮੰਗਵਾ ਸਕਦੀ ਹੈ, ਉਸ ਮੁਕੱਦਮੇ ਦੀ ਵਿਆਖਿਆ ਕਰ ਸਕਦੀ ਹੈ ਜਾਂ ਉਸ ਮੁਕੱਦਮੇ ਦਾ ਫੈਸਲਾ ਖੁਦ ਕਰ ਸਕਦੀ ਹੈ। ਜੇਕਰ ਹਾਈ ਕੋਰਟ ਕਿਸੇ ਮੁਕੱਦਮੇ ਦੀ ਵਿਆਖਿਆ ਕਰਦੀ ਹੈ ਅਤੇ ਮਾਮਲਾ ਵਾਪਸ ਅਧੀਨ ਅਦਾਲਤ ਕੋਲ ਭੇਜ ਦਿੱਤਾ ਜਾਂਦਾ ਹੈ ਤਾਂ ਅਧੀਨ ਅਦਾਲਤ ਉਸ ਵਿਆਖਿਆ ਦੇ ਆਧਾਰ 'ਤੇ ਹੀ ਉਸ ਮੁਕੱਦਮੇ ਦਾ ਫੈਸਲਾ ਕਰਦੀ ਹੈ। ਹਾਈ ਕੋਰਟ ਦੇ ਅਧਿਕਾਰ ਖੇਤਰ ਨਿਸ਼ਚਿਤ ਕਰਨ ਦਾ ਅਧਿਕਾਰ ਬੱਚਿਓ ਭਾਰਤ ਦੀ ਸੰਸਦ ਨੂੰ ਦਿੱਤਾ ਗਿਆ ਹੈ, ਭਾਵ ਕਿ ਭਾਰਤੀ ਸੰਸਦ ਕਿਸੇ ਹਾਈ ਕੋਰਟ ਦੇ ਅਧਿਕਾਰ ਖੇਤਰ ਨੂੰ ਵਧਾ ਸਕਦੀ ਹੈ, ਉਸ ਵਿੱਚ ਨਵੇਂ ਖੇਤਰ ਜੋੜ ਸਕਦੀ ਹੈ ਜਾਂ ਕਿਸੇ ਹਾਈ ਕੋਰਟ ਦੇ ਖੇਤਰ ਵਿੱਚੋਂ ਕੋਈ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਕੱਢ ਵੀ ਸਕਦੀ ਹੈ। ਤਾਂ ਹਾਈ ਕੋਰਟ ਦੇ ਅਧਿਕਾਰ ਖੇਤਰ ਨੂੰ ਨਿਸ਼ਚਿਤ ਕਰਨ ਦਾ ਅਧਿਕਾਰ ਭਾਰਤੀ ਸੰਸਦ ਨੂੰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬੱਚਿਓ ਹਾਈ ਕੋਰਟ ਜੋ ਹੈ ਉਹ ਅਭਿਲੇਖ ਅਦਾਲਤ ਹੁੰਦੀ ਹੈ। ਇਸ ਦੁਆਰਾ ਦਿੱਤੇ ਗਏ ਫੈਸਲੇ ਪ੍ਰਕਾਸ਼ਿਤ ਕੀਤੇ ਜਾਂਦੇ ਹਨ ਅਤੇ ਹੇਠਲੀਆਂ ਅਦਾਲਤਾਂ ਇਨ੍ਹਾਂ ਫੈਸਲਿਆਂ ਦੇ ਆਧਾਰ 'ਤੇ ਹੀ ਆਪਣੇ ਫੈਸਲੇ ਦਿੰਦੇ ਹਨ, ਭਾਵ ਕਿ ਇਹ ਫੈਸਲੇ ਅਧੀਨ ਅਦਾਲਤਾਂ ਲਈ ਮਾਰਗਦਰਸ਼ਨ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਪ੍ਰਸ਼ਾਸਨਿਕ ਸ਼ਕਤੀਆਂ ਵੀ ਹਾਈ ਕੋਰਟ ਨੂੰ ਪ੍ਰਾਪਤ ਹਨ, ਜਿਵੇਂ ਆਪਣੀਆਂ ਹੇਠਲੀਆਂ ਅਦਾਲਤਾਂ ਦੀ ਕਾਰਵਾਈ ਦਾ ਵੇਰਵਾ ਮੰਗ ਸਕਦੀ ਹੈ। ਇਸ ਤੋਂ ਇਲਾਵਾ ਹਾਈ ਕੋਰਟ
ਹੇਠਲੀਆਂ ਅਦਾਲਤਾਂ ਦੀ ਕਾਰਵਾਈ, ਕਾਰਜ ਪ੍ਰਣਾਲੀ, ਰਿਕਾਰਡ, ਰਜਿਸਟਰ ਜਾਂ ਹਿਸਾਬ ਸੰਬੰਧੀ ਨਿਯਮ ਬਣਾ ਸਕਦੀ ਹੈ। ਇਸ ਤੋਂ ਇਲਾਵਾ ਅਧੀਨ ਅਦਾਲਤਾਂ ਦੇ ਮੁਕੱਦਮੇ ਬਦਲਣਾ। ਮੁਕੱਦਮੇ ਬਦਲਣ ਤੋਂ ਭਾਵ ਹੈ ਬੱਚਿਓ ਕਿ ਅਧੀਨ ਅਦਾਲਤਾਂ ਵਿੱਚ ਚੱਲ ਰਹੇ ਮੁਕੱਦਮੇ ਨੂੰ ਹਾਈ ਕੋਰਟ ਆਪਣੇ ਕੋਲ ਮੰਗਵਾ ਸਕਦੀ ਹੈ। ਉਸ ਮੁਕੱਦਮੇ ਸੰਬੰਧੀ ਜੇ ਕਿਸੇ ਵਿਆਖਿਆ ਦੀ ਲੋੜ ਹੈ ਤਾਂ ਵਿਆਖਿਆ ਕਰ ਸਕਦੀ ਹੈ। ਉਸ ਮੁਕੱਦਮੇ ਦਾ ਫੈਸਲਾ ਖੁਦ ਕਰ ਸਕਦੀ ਹੈ ਜਾਂ ਵਾਪਸ ਉਹ ਮੁਕੱਦਮਾ ਅਧੀਨ ਅਦਾਲਤ ਕੋਲ ਭੇਜਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਅਧੀਨ ਅਦਾਲਤਾਂ ਦੇ ਕੰਮ ਦੀ ਜਾਂਚ ਪੜਤਾਲ ਕਿਸੇ ਵੀ ਸਮੇਂ ਹਾਈ ਕੋਰਟ ਦੁਆਰਾ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਅਧੀਨ ਅਦਾਲਤਾਂ ਦੇ ਕਰਮਚਾਰੀਆਂ ਦੀਆਂ ਤਨਖਾਹਾਂ, ਭੱਤੇ ਅਤੇ ਸੇਵਾ ਨਿਯਮ ਵੀ ਹਾਈ ਕੋਰਟ ਦੁਆਰਾ ਨਿਸ਼ਚਿਤ ਕੀਤੇ ਜਾ ਸਕਦੇ ਹਨ। ਤਾਂ ਬੱਚਿਓ, ਜੋ ਕੁਝ ਵੀ ਅਸੀਂ ਹਾਈ ਕੋਰਟ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ ਉਸ ਦੇ ਆਧਾਰ 'ਤੇ ਅਸੀਂ ਹਾਈ ਕੋਰਟ ਦੀ ਸਥਿਤੀ ਬਾਰੇ ਦੱਸ ਸਕਦੇ ਹਾਂ ਕਿ ਭਾਰਤੀ ਨਿਆਂ ਵਿਵਸਥਾ ਵਿੱਚ ਹਾਈ ਕੋਰਟ ਦੀ ਬਹੁਤ ਹੀ ਮਹੱਤਵਪੂਰਨ ਸਥਿਤੀ ਹੈ। ਇਸ ਕੋਲ ਆਰੰਭਿਕ ਅਧਿਕਾਰ ਖੇਤਰ ਹੈ। ਕੁਝ ਮਾਮਲੇ ਅਜਿਹੇ ਹਨ ਜਿਨ੍ਹਾਂ ਵਿੱਚ ਸਿੱਧਾ ਹਾਈ ਕੋਰਟ ਕੋਲ ਅਪੀਲ ਕੀਤੀ ਜਾ ਸਕਦੀ ਹੈ। ਅਧੀਨ ਅਦਾਲਤਾਂ ਕੋਲ ਜਾਣ ਦੀ ਲੋੜ ਨਹੀਂ ਹੁੰਦੀ। ਇਸ ਤੋਂ ਇਲਾਵਾ ਅਪੀਲੀ ਅਧਿਕਾਰ ਖੇਤਰ ਦੇ ਅਧੀਨ ਵੀ ਅਧੀਨ ਅਦਾਲਤਾਂ ਦੁਆਰਾ ਦਿੱਤੇ ਗਏ ਫੈਸਲਿਆਂ ਦੇ ਖਿਲਾਫ ਹਾਈ ਕੋਰਟ ਵਿੱਚ ਅਪੀਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਹਾਈ ਕੋਰਟ ਨੂੰ ਰਿਟ ਜਾਰੀ ਕਰਨ ਦੀ ਸ਼ਕਤੀ ਦਿੱਤੀ ਗਈ ਹੈ। ਸੰਵਿਧਾਨ ਦੀ ਧਾਰਾ 226 ਦੇ ਅਨੁਸਾਰ 5 ਤਰ੍ਹਾਂ ਦੀ ਜੋ ਰਿਟਸ ਨੇ ਉਹ ਹਾਈ ਕੋਰਟ ਦੁਆਰਾ ਜਾਰੀ ਕੀਤੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਇੱਕ ਬਹੁਤ ਹੀ ਮਹੱਤਵਪੂਰਨ ਅਧਿਕਾਰ ਨਿਆਇਕ ਪੁਨਰ ਨਿਰੀਖਣ ਦਾ ਅਧਿਕਾਰ ਹੈ ਜੋ ਸੰਵਿਧਾਨ ਦੁਆਰਾ ਹਾਈ ਕੋਰਟ ਨੂੰ ਦਿੱਤਾ ਗਿਆ ਹੈ, ਜਿਸ ਅਨੁਸਾਰ ਹਾਈ ਕੋਰਟ ਸੰਸਦ ਦੁਆਰਾ ਜਾਂ ਰਾਜ ਵਿਧਾਨ ਮੰਡਲ ਦੁਆਰਾ ਪਾਸ ਕੀਤੇ ਕਿਸੇ ਵੀ ਕਾਨੂੰਨ ਨੂੰ ਜੇਕਰ ਉਹ ਸੰਵਿਧਾਨ ਦੇ ਖਿਲਾਫ ਹੈ ਤਾਂ ਉਸ ਨੂੰ ਰੱਦ ਕਰ ਸਕਦੀ ਹੈ। ਇਸ ਤੋਂ ਇਲਾਵਾ ਹਾਈ ਕੋਰਟ ਇੱਕ ਅਭਿਲੇਖ ਅਦਾਲਤ ਹੈ ਜਿਸ ਦੁਆਰਾ ਲਏ ਗਏ ਫੈਸਲੇ ਪ੍ਰਕਾਸ਼ਿਤ ਕੀਤੇ ਜਾਂਦੇ ਹਨ ਅਤੇ ਇਹ ਨਿਚਲੀਆਂ ਅਦਾਲਤਾਂ ਲਈ ਮਾਰਗਦਰਸ਼ਕ ਦਾ ਕੰਮ ਕਰਦੇ ਹਨ। ਪਿਆਰੇ ਵਿਦਿਆਰਥੀਓ, ਅੱਜ ਦਾ ਇਹ ਲੈਕਚਰ ਇੱਥੇ ਹੀ ਸਮਾਪਤ ਹੁੰਦਾ ਹੈ। ਮੈਨੂੰ ਉਮੀਦ ਹੈ ਕਿ ਅੱਜ ਦੇ ਇਸ ਲੈਕਚਰ ਤੋਂ ਤੁਹਾਨੂੰ ਕਾਫੀ ਕੁਝ ਜਾਣਨ ਨੂੰ ਮਿਲਿਆ ਹੋਵੇਗਾ। ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।